नमस्कार, सत श्री अकाल, वाहिगुरू जी का खालसा, वाहिगुरू जी की फतेह। ਅੱਜ ਦਾ ਜਿਹੜਾ ਮੇਰਾ ਬੇਸਿਕ ਵੀਡੀਓ ਬਣਾਉਣ ਦਾ ਹੈਗਾ ਲਾਅ ਆਫ ਅਟਰੈਕਸ਼ਨ ਮੇਰਾ ਟੌਪਿਕ ਹੈ। ਔਰ ਇੰਸਟਾਗ੍ਰਾਮ ਤੇ ਕਈ ਜਣਿਆਂ ਦੇ ਫੋਨ ਆਏ, ਮੈਸੇਜ ਵੀ ਆਏ ਵੀ ਤੁਸੀਂ ਲਾਅ ਆਫ ਅਟਰੈਕਸ਼ਨ ਬਾਰੇ ਕੁਝ ਦੱਸੋ। ਤਾਂ ਲਾਅ ਆਫ ਅਟਰੈਕਸ਼ਨ ਹੈ ਗਿਆ, ਦੇਖੋ ਅਟਰੈਕਟ ਕਰਦਾ ਕੋਈ ਵੀ ਇਨਸਾਨ ਜਾਂ ਕੋਈ ਵੀ ਕੌਨਸ਼ੀਅਸਨੈਸ ਵਾਲੀ ਚੀਜ਼ ਜਿਹਦੇ ਵਿੱਚ ਥੋੜੀ ਜਿਹੀ ਜਾਗਰੂਕਤਾ ਆਈ ਹੋਈ ਹੈ, ਜਾਂ ਨਾਰਮਲ ਇਨਸਾਨ ਵੀ ਹਰ ਟਾਈਮ ਕੁਛ ਨਾ ਕੁਛ ਅਟਰੈਕਟ ਕਰਦਾ। ਸੋਸਾਇਟੀ ਦੀ ਬਣਤਰ ਇਹੋ ਜਿਹੀ ਹੈ ਜਾਂ ਸਮਾਜ ਦੀ ਬਣਤਰ ਇਹੋ ਜਿਹੀ ਹੈ ਜਿੱਥੇ ਇਨਸਾਨ ਕੁਛ ਨਾ ਕੁਛ ਆਬਜ਼ਰਵ ਕਰਦਾ ਹੈ ਔਰ ਕੁਛ ਨਾ ਕੁਛ ਛੱਡਦਾ ਹੈ। ਜਾਂ ਸਿੰਪਲ ਭਾਸ਼ਾ ਵਿੱਚ ਲੈ ਜਾਂਦੇ ਕਿ ਕੋਈ ਹਰ ਇੱਕ ਇਨਸਾਨ ਹਰ ਟਾਈਮ ਕੁਛ ਨਾ ਕੁਛ ਦੇ ਰਿਹਾ ਔਰ ਕੁਛ ਨਾ ਕੁਛ ਲੈ ਰਿਹਾ, ਚਾਹੇ ਬੋਲਾਂ ਦੇ ਹਿਸਾਬ ਨਾਲ ਹੋਵੇ, ਚਾਹੇ ਸੋਚਣ ਦੇ ਤਰੀਕੇ ਨਾਲ ਹੋਵੇ, ਚਾਹੇ ਉਹਦੇ ਸੁਣਨੇ ਦੇ ਤਰੀਕੇ ਨਾਲ ਹੋਵੇ। ਤਾਂ ਅਸੀਂ ਕੁਛ ਨਾ ਕੁਛ ਲੈ ਰਹੇ ਹਾਂ ਔਰ ਕੁਛ ਨਾ ਕੁਛ ਦੇ ਰਹੇ ਹਾਂ। ਇਹੀ ਲਾਅ ਆਫ ਅਟਰੈਕਸ਼ਨ ਦਾ ਬੇਸਿਕ ਮੂਲ ਹੈ। ਅਸੀਂ ਕਿਆ ਲੈ ਰਹੇ ਹਾਂ, ਕਿਆ ਦੇ ਰਹੇ ਹਾਂ, ਇਹ ਚੀਜ਼ਾਂ ਬਹੁਤ ਮਾਇਨੇ ਦਿਖਾਉਂਦੀਆਂ। ਲਾਅ ਆਫ ਅਟਰੈਕਸ਼ਨ ਦੇ ਵਿੱਚ ਹਰ ਇੱਕ ਇਨਸਾਨ ਕੁਛ ਨਾ ਕੁਛ ਅਟਰੈਕਟ ਕਰਦਾ, ਕੁਛ ਸੈਕਿੰਡ ਦੇ ਵਿੱਚ, ਕੁਛ ਮਿਲੀ ਸੈਕਿੰਡ ਦੇ ਵਿੱਚ ਵੀ ਅਟਰੈਕਟ ਕਰਦਾ, ਔਰ ਕਈ ਦਿਨਾਂ ਦੇ ਵਿੱਚ ਜਾਂ ਕਈ ਸਾਲਾਂ ਦੇ ਵਿੱਚ ਵੀ ਅਟਰੈਕਟ ਕਰਦਾ, ਔਰ ਕਈ ਜਨਮਾਂ ਦੇ ਵਿੱਚ ਵੀ ਕਈ ਚੀਜ਼ਾਂ ਅਟਰੈਕਟ ਕਰਦਾ। ਔਰ ਜਿੰਨੀ ਚੀਜ਼ ਛੋਟੀ ਹੋਊਗੀ ਉਹਦੇ ਲਈ ਘੱਟ ਘੱਲਣੀ ਪੈਂਦੀ ਹੈ, ਉਹਦੀ ਫਾਈਟ ਘੱਟ ਹੁੰਦੀ ਹੈ। ਜਿੰਨੀ ਬੜੀ ਚੀਜ਼ ਹੈ, ਜਿੰਨਾ ਕਿਸੇ ਇਨਸਾਨ ਦਾ ਉਦੇਸ਼ ਬੜਾ ਹੁੰਦਾ ਹੈ, ਉਹਨੂੰ ਉਨੀ ਜ਼ਿਆਦਾ ਘੱਲਣੀ ਪੈਂਦੀ ਹੈ। ਮਤਲਬ ਕਿ ਉਹਨੂੰ ਬਹੁਤ ਕੁਝ ਸਿੱਖਣਾ ਪੈਂਦਾ ਆਪਣੇ ਆਪ ਨੂੰ ਮੋਡੀਫਾਈ ਕਰਨ ਲਈ। ਹੁਣ ਇੱਥੇ ਇਹੀ ਜਾਣ ਲੈਂਦੇ ਕਿ ਲਾਅ ਆਫ ਅਟਰੈਕਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਕਿੱਦਾਂ ਹੁੰਦੀਆਂ। ਬੇਸਿਕ ਤਾਂ ਇਹੀ ਹੈ, ਮੇਰੀ ਸੋਚਣ ਸ਼ਕਤੀ, ਜੋ ਮੈਂ ਆਪਣੇ ਬ੍ਰੇਨ ਤੋਂ ਸੋਚ ਰਿਹਾ ਉਹ ਵਾਈਬ੍ਰੇਸ਼ਨਸ ਜਾਂਦੀਆਂ ਬ੍ਰਹਿਮੰਡ ਦੇ ਵਿੱਚ। ਮੇਰੇ ਸੋਚਣ ਦਾ ਤਰੀਕਾ ਬਹੁਤ ਕੁਝ ਦੱਸ ਦਿੰਦਾ ਹੈ ਇਨਸਾਨ ਬਾਰੇ। ਮੇਰਾ ਬੋਲਣ ਦਾ ਤਰੀਕਾ, ਮੈਂ ਕੁਛ ਨਾ ਕੁਛ ਦੇ ਰਿਹਾ ਕਿਸੇ ਨੂੰ ਬੋਲਾਂ ਦੇ ਸਹਾਰੇ, ਕੁਛ ਨਾ ਕੁਛ ਲੈ ਰਿਹਾ ਸੁਣਨੇ ਦੇ ਸਹਾਰੇ, ਕੁਛ ਨਾ ਕੁਛ ਦੋਨਾਂ ਦਾ ਟਾਂਡਾ ਵਟਾਂਦਰਾ ਕਰਦਾ ਹੈ ਆਪਣੀ ਸੋਚਣ ਸ਼ਕਤੀ ਦੇ ਨਾਲ। ਕੁਛ ਲੋਕ ਜਾਗੇ ਹੋਏ ਹੁੰਦੇ ਆ, ਕੁਛ ਲੋਕ ਨਹੀਂ ਜਾਗੇ ਹੋਏ ਹੁੰਦੇ ਆ। ਹੁਣ ਇਹਦੇ ਵਿੱਚ ਮੈਂ ਸੋਚ ਰਿਹਾ ਇਸ ਟਾਈਮ ਤੇ ਕਿ ਮੇਰੇ ਮਲਟੀਪਲ ਅਫੇਅਰ ਹੋਣ, ਮੈਂ ਐਸ਼ ਕਰਾਂ, ਪੂਰੀ ਚ ਐਸ਼ ਕਰਾਂ, ਜੋ ਵੀ ਕਰਾਂ ਵਾਈਬ੍ਰੇਸ਼ਨਸ ਆਉਣੀਆਂ ਬਹੁਤ ਡਿਫਿਕਲਟ ਆਉਂਦਾ ਇਹਨਾਂ ਚੀਜ਼ਾਂ ਸਮਝਣ ਨੂੰ। ਬੇਸਿਕ ਹੈ ਕਿ ਮੈਂ ਜੋ ਸੋਚ ਰਿਹਾ ਉਹ ਬ੍ਰਹਿਮੰਡ ਦੇ ਵਿੱਚ ਜਾ ਰਿਹਾ, ਔਰ ਜੋ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਉਹ ਵੀ ਕਿਸੇ ਦੁਆਰਾ ਸੋਚਿਆ ਹੋਇਆ ਆ ਰਿਹਾ। ਇਸ ਕਰਕੇ ਜੋ ਮੈਂ ਦੇ ਰਿਹਾ ਬ੍ਰਹਿਮੰਡ ਦੇ ਵਿੱਚ, ਉਹੀ ਮੇਰੇ ਕੋਲ ਵਾਪਸ ਆ ਰਿਹਾ ਵਾਪਸ। ਇੱਥੇ ਕਰਮ ਸਿਧਾਂਤ ਬਹੁਤ ਇੰਪਲੀਮੈਂਟ ਹੋ ਜਾਂਦਾ ਹੈ। ਕਰਮ ਸਿਧਾਂਤ ਸਾਨੂੰ ਕਿਆ ਦੱਸਦਾ ਹੈ? ਕਰਮ ਸਿਧਾਂਤ ਦੱਸਦਾ ਹੈ ਕਿ ਮੈਂ ਉਹ ਇਨਸਾਨ ਨਹੀਂ ਹਾਂ ਜਿਹੜਾ ਮੈਂ ਕਿਸੇ ਨੂੰ ਜਾਂ ਦੇਖ ਕੇ ਕਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਉਹ ਇਨਸਾਨ ਨਹੀਂ, ਮੈਂ ਕਿਆ ਸੋਚ ਰਿਹਾ, ਇੱਥੋਂ ਕਿਆ ਸੋਚ ਰਿਹਾ ਮੈਂ, ਉਹ ਹੈ। ਡਾਕਟਰ ਡਿਸਪੈਂਜ਼ਾ ਦੀ ਬੁੱਕ ਦੇ ਵਿੱਚ ਇੱਕ ਚੀਜ਼ ਹੋਰ ਲਿਖੀ ਗਈ ਹੈ, ਬਹੁਤ ਜ਼ਬਰਦਸਤ ਹੈ ਉਹਨਾਂ ਦੀ ਬੁੱਕ ਦੇ ਵਿੱਚ। ਉਹਦੇ ਵਿੱਚ ਲਿਖਿਆ ਵਾ ਪਰਸਨੈਲਿਟੀ, ਵਟ ਇਜ਼ ਦੀ ਪਰਸਨੈਲਿਟੀ, ਬਟ ਆਈ ਐਮ ਬੀਇੰਗ, ਮੈਂ ਕਿਆ ਹਾਂ, ਮੇਰੀ ਸੋਚਣ ਸ਼ਕਤੀ ਕੀ ਹੈ, ਮੇਰੀ ਉਹੀ ਪਰਸਨਲ ਰਿਐਲਿਟੀ ਬਣ ਜਾਣੀ ਹੈ। ਜੋ ਮੈਂ ਸੋਚ ਰਿਹਾ ਮੈਂ ਉਹੀ ਹਾਂ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ, ਭਗਵਤ ਗੀਤਾ ਦੇ ਵਿੱਚ ਵੀ ਲਾਅ ਆਫ ਕਰਮ ਨੂੰ ਬਹੁਤ ਜ਼ਿਆਦਾ ਇੰਪਲੀਮੈਂਟੇਸ਼ਨ ਦਿੱਤੀ ਗਈ ਹੈ। ਲਾਅ ਆਫ ਕਰਮਾ, ਇਹ ਸਾਨੂੰ ਇਹ ਦੱਸਦਾ ਹੈ ਕਿ ਮੈਂ ਕਿਆ ਕਰ ਰਿਹਾ, ਮੇਰੀ ਕ੍ਰਿਤ ਤੋਂ ਪਹਿਲਾਂ ਮੈਂ ਸੋਚਿਆ ਕਿਆ। ਜੋ ਮੈਂ ਸੋਚ ਚੁੱਕਾ ਉਹੀ ਮੇਰੀ ਬੋਡੀ ਨੇ ਰਿਐਕਟ ਕਰਨਾ, ਜੋ ਮੈਂ ਪਹਿਲੇ ਬਣਾ ਚੁੱਕਾ ਆਪਣੇ ਮਨ ਦੇ ਵਿੱਚ ਉਹੀ ਮੈਂ ਕਰਨਾ। ਇੱਥੇ ਅਗਰ ਮੇਰੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਡਰ ਹੈ ਤਾਂ ਲਾਅ ਆਫ ਮਰਫੀ ਵੀ ਆ ਜਾਂਦਾ ਹੈ ਕਿ ਜੋ ਮੇਰੇ ਮਨ ਦੇ ਵਿੱਚ ਡਰ ਹੈ ਉਹੀ ਸੱਚ ਦੇ ਹੋਣ ਦੀ ਪੋਸੀਬਿਲਿਟੀ ਹੈ। ਫਿਰ ਆਏ ਨੇ ਲਾਅ ਆਫ ਅਟਰੈਕਸ਼ਨ, ਜੋ ਮੈਂ ਸੋਚਿਆ। ਮੰਨ ਲਓ ਮੈਂ ਛੋਟੇ ਇੰਪਲੀਮੈਂਟੇਸ਼ਨ ਦੇ ਐਗਜ਼ਾਮਪਲ ਦੇ ਲੈਣਾ, ਮੈਂ ਆਫਿਸ ਜਾ ਰਿਹਾ ਜਾਂ ਜੌਬ ਤੇ ਜਾ ਰਿਹਾ, ਸਵੇਰੇ ਸਵੇਰੇ ਡਰ ਲੱਗ ਗਿਆ ਮੈਨੂੰ ਕਿ ਮੇਰਾ ਕੁਝ ਕੰਮ ਪੈਂਡਿੰਗ ਹੈ, ਮੈਨੂੰ ਆ ਕੇ ਮੇਰੇ ਬੌਸ ਨੇ ਗਾਲਾਂ ਦੇਣੀਆਂ। ਤੁਸੀਂ ਉਸੇ ਡਰ ਦੇ ਵਿੱਚ ਪਹੁੰਚ ਗਏ ਆਪਣੀ ਜੌਬ ਤੇ, ਔਰ ਸਡਨਲੀ ਉਹੀ ਚੀਜ਼ ਹੋਈ ਜੋ ਤੁਸੀਂ ਸੋਚੀ ਸੀਗੀ ਉਹੀ ਹੋਈ। ਇੱਥੇ ਲਾਅ ਆਫ ਮਰਫਰੀ ਐਂਡ ਲਾਅ ਆਫ ਅਟਰੈਕਸ਼ਨ ਦੋਨੇ ਹੋ ਗਏ, ਕਿਉਂਕਿ ਜੋ ਮੈਂ ਸੋਚਿਆ ਮੈਂ ਆਪਣੀ ਪਰਸਨਲ ਰਿਐਲਿਟੀ ਉਹੀ ਬਣਾ ਲਈ, ਔਰ ਜੋ ਮੈਂ ਦੇਖਿਆ, ਜੋ ਮੈਂ ਸੁਣਿਆ, ਸੋਚਿਆ, ਜਿੰਨਾ ਕੌਨਸ਼ੀਅਸਨੈਸ ਨਾਲ ਸੋਚਿਆ ਉਹੀ ਚੀਜ਼ ਇੱਥੇ ਪੱਕੀ ਹੋ ਗਈ। ਲਾਅ ਆਫ ਕਰਮ ਵੀ ਇਹੀ ਹੈ, ਜੋ ਮੈਂ ਸੋਚਿਆ ਔਰ ਉਹੀ ਮੈਂ ਕੀਤਾ। ਜੋ ਮੈਂ ਆਪਣੇ ਮਨ ਦੇ ਵਿੱਚ ਜਾਂ ਆਪਣੇ ਵਿਚਾਰਾਂ ਦੇ ਵਿੱਚ ਚੀਜ਼ ਨੂੰ ਲੈ ਕੇ ਆਇਆ ਉਹੀ ਚੀਜ਼ ਮੈਂ ਕੀਤੀ ਹੈ। ਕੀਤੀ ਕਿੱਦਾਂ? ਮੰਨ ਲਓ ਮੈਂ ਸੋਚਿਆ ਕਿ ਮੈਂ ਕਿਤੇ ਜਾਣਾ ਹੈ, ਮੈਂ ਉੱਥੇ ਜਾ ਕੇ ਇੱਦਾਂ ਕਰਨੀ ਹੈ, ਕੋਈ ਕੰਮ ਕਰਨਾ, ਕਿਸੇ ਦਾ ਚੰਗਾ ਕਰਨਾ, ਕਿਸੇ ਦਾ ਬੁਰਾ ਕਰਨਾ। ਮੈਂ ਪਹਿਲਾਂ ਸੋਚ ਲਿਆ, ਜਾਣ ਤੋਂ ਪਹਿਲਾਂ ਮੈਂ ਤਿਆਰ ਹੋ ਗਿਆ ਸੀ ਤੇ ਉੱਥੇ ਜਾ ਕੇ ਕਰਤਾ। ਹੋਰ ਸਿੰਪਲੀਫਾਈ ਕਰ ਲੈਂਦੇ ਹਾਂ, ਕਿਉਂਕਿ ਕਾਮ ਨੂੰ ਲੈ ਕੇ ਬਹੁਤ ਜ਼ਿਆਦਾ ਚੀਜ਼ਾਂ ਆ ਰਹੀਆਂ। ਕਾਮ ਨੂੰ ਲੈ ਕੇ ਕਿਸੇ ਵੀ ਇਨਸਾਨ ਦੇ ਵਿੱਚ ਜਿੰਨਾ ਜ਼ਿਆਦਾ ਕਾਮ ਹੁੰਦਾ, ਉਹਦੇ ਵਿਚਾਰਾਂ ਦੇ ਵਿੱਚ ਕਾਮ ਹੁੰਦਾ, ਉਨੀ ਬੋਡੀ ਦੇ ਵਿੱਚ ਕਾਮ ਨਹੀਂ ਹੁੰਦਾ। ਜਿੰਨਾ ਜ਼ਿਆਦਾ ਮੈਂ ਕਾਮ ਦੇ ਲਈ ਮਲਟੀਪਲ ਅਫੇਅਰ ਦੇ ਬਾਰੇ ਸੋਚੂੰਗਾ, ਮਲਟੀਪਲ ਰਿਲੇਸ਼ਨ ਦੇ ਬਾਰੇ ਸੋਚੂੰਗਾ, ਤਾਂ ਮੈਂ ਉਸ ਚੀਜ਼ ਦੇ ਉੱਪਰ ਅਟਰੈਕਟ ਕਰ ਰਿਹਾ, ਉਹਨਾਂ ਚੀਜ਼ਾਂ ਨੂੰ ਅਟਰੈਕਟ ਕਰ ਰਿਹਾ। ਔਰ ਜੋ ਮੈਂ ਸੋਚ ਰਿਹਾ ਮੈਨੂੰ ਬਾਹਰ ਉਹੀ ਦਿਖਣਾ ਹੈ, ਜੋ ਮੈਂ ਸੁਣ ਰਿਹਾ ਮੈਨੂੰ ਬਾਹਰ ਉਹੀ ਦਿਖਣਾ ਹੈ। ਮੇਰਾ ਫੋਕਸ ਵੀ ਉਹੀ ਹੈ, ਧਿਆਨ ਸਾਧਨਾ ਵੀ ਉੱਥੇ ਉਹੀ ਚੀਜ਼ ਆ ਜਾਂਦੀ ਹੈ।
ਵੀ ਜੋ ਮੈਂ ਸੋਚ ਰਿਹਾ ਮੈਨੂੰ ਉਹੀ ਆਲੇ ਦੁਆਲੇ ਮੇਰੇ ਹੋਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਹਰ ਇੱਕ ਟਾਈਮ ਮੈਂ ਕੁਛ ਨਾ ਕੁਛ ਅਟਰੈਕਟ ਕਰ ਰਿਹਾ। ਇਹ ਆਪਣੇ ਵਿਚਾਰ ਇੰਨੇ ਜ਼ਿਆਦਾ ਤੀਵਰ ਹੋ ਜਾਂਦੇ ਆ ਜਾਂ ਇੰਨੇ ਤੇਜ਼ ਹੋ ਜਾਂਦੇ ਆ ਜਾਂ ਕੁਝ ਸੈਕਿੰਡਸ ਦੇ ਵਿੱਚ ਬਦਲਦੇ ਆ, ਇਸ ਕਰਕੇ ਫੋਕਸ ਨਹੀਂ ਬਣ ਪਾਉਂਦਾ। ਮੈਂ ਕੁਛ ਨਾ ਕੁਛ ਅਟਰੈਕਟ ਤਾਂ ਕਰ ਰਿਹਾ, ਮੈਨੂੰ ਇਹ ਨਹੀਂ ਪਤਾ ਮੈਂ ਅਟਰੈਕਟ ਕਿਆ ਕਰ ਰਿਹਾ। ਉਹੀ ਲੱਭਣ ਦੇ ਲਈ ਹੀ ਸਾਰੀਆਂ ਵਿਧੀਆਂ ਲਿਖੀਆਂ ਗਈਆਂ। ਆਦਿ ਕਾਲ ਤੋਂ ਹੀ ਇਹ ਚੀਜ਼ਾਂ ਚੱਲਦੀਆਂ ਆਉਂਦੀਆਂ, ਕਿਉਂਕਿ ਇਨਸਾਨ ਦੀ ਪਰਸਨਲ ਰਿਐਲਿਟੀ ਹੀ ਪਰਸਨੈਲਿਟੀ ਬਣਦੀ ਹੈ। ਜੋ ਇਨਸਾਨ ਜਿੱਦਾਂ ਦਾ ਸੋਚਦਾ ਉਹ ਬੀਇੰਗ ਉੱਦਾਂ ਦਾ ਹੋ ਜਾਂਦਾ ਹੈ। ਇਸ ਕਰਕੇ ਸੋਚਣ ਸ਼ਕਤੀ ਦੇ ਵਿੱਚ ਜੋ ਮੇਰੇ ਹੈ ਉਹ ਲਾਅ ਆਫ ਅਟਰੈਕਸ਼ਨ ਬਣ ਜਾਂਦਾ। ਮੈਂ ਕਿੰਨਾ ਡੀਪ ਜਾ ਕੇ ਸੋਚ ਰਿਹਾ ਉਹਨਾਂ ਵਿਚਾਰਾਂ ਨੂੰ, ਮੈਂ ਕਿੰਨਾ ਜ਼ਿਆਦਾ ਪੜ੍ਹ ਰਿਹਾ। ਹੁਣ ਮੈਂ ਸੋਚਦਾ ਰਿਹਾ ਮੈਂ ਬਹੁਤ ਬੜਾ ਅਮੀਰ ਬਣਨਾ ਹੈ, ਪੈਸਾ ਕਮਾਉਣਾ, ਮੈਂ ਘਰ ਆਰਾਮ ਦੀਆਂ ਚੀਜ਼ਾਂ ਹੋਣ, ਮੇਰੇ ਕੋਲ ਗੱਡੀਆਂ ਹੋਣ, ਪਰਿਵਾਰ ਹੋਵੇ, ਮੇਰੇ ਕੋਲ ਦੁੱਖ ਨਾ ਹੋਵੇ। ਇਹੀ ਚਾਹੁੰਦਾ ਹਰ ਇੱਕ ਇਨਸਾਨ। ਪਰ ਦੁੱਖ ਤੋਂ ਬਿਨਾਂ ਸੁੱਖ ਆ ਨਹੀਂ ਸਕਦਾ। ਅਗਰ ਜ਼ਿੰਦਗੀ ਦੇ ਵਿੱਚ ਕੁਝ ਚੀਜ਼ ਬੜੀ ਕਰਨੀ ਚਾਹਨੀ ਹੈ ਤਾਂ ਇੱਕ ਫੇਸ ਤੁਹਾਨੂੰ ਗਹਿਰਾ ਦੇਖਣਾ ਹੀ ਪੈਣਾ। ਕੁਝ ਚੀਜ਼ਾਂ ਦੀ ਐਕਸੈਪਟੈਂਸ ਤੁਹਾਨੂੰ ਕਰਨੀ ਪੈਣੀ ਹੈ। ਮੈਂ ਸਾਰੀਆਂ ਚੀਜ਼ਾਂ, ਪੈਸਾ ਵੀ ਕਮਾਉਣਾ ਚਾਹੁੰਦਾ, ਆਰਾਮ ਵੀ ਚਾਹੀਦਾ, ਮੈਨੂੰ ਗੱਡੀ ਵੀ ਚਾਹੀਦਾ, ਪਰਿਵਾਰ ਵੀ ਚਾਹੀਦਾ। ਮੇਰਾ ਕਰੈਕਟਰ ਸਾਫ਼ ਨਹੀਂ ਹੋਵੇ, ਉਹ ਮੈਂ ਐਸ਼ ਆਪਣੇ ਹਿਸਾਬ ਨਾਲ ਕਰੂੰਗਾ, ਨਹੀਂ ਕਰ ਸਕਦੇ। ਲਾਅ ਆਫ ਅਟਰੈਕਸ਼ਨ ਦੇ ਵਿੱਚ ਤੁਹਾਨੂੰ ਫੋਕਸਡ ਹੋਣਾ ਪੈਣਾ, ਇੱਕ ਚੀਜ਼ ਦੇ ਉੱਪਰ ਲੈ ਕੇ ਜਾਣਾ ਪੈਣਾ, ਆਪਣੀ ਵਿਚਾਰ ਸ਼ਕਤੀ, ਆਪਣੀ ਊਰਜਾ ਨੂੰ ਉਸੇ ਜਗ੍ਹਾ ਕੇਂਦਰਿਤ ਕਰਨਾ ਪੈਣਾ। ਫਿਰ ਅਗਰ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਤਾਂ ਪੈਸਾ ਕਮਾਣੇ ਹੈ, ਪੈਸਾ ਕਮਾਣਾ ਦਾ ਦਾਨ ਦੇਣ ਦਾ ਸਿੱਖੋ, ਦਾਨ ਦਿਓ। ਸਕੂਨ ਚਾਹਨੇ ਹੈ, ਸਕੂਨ ਦਿਓ। ਜੀਣਾ ਚਾਹਨੇ ਹੈ, ਮਰਨਾ ਸਿੱਖੋ। ਠੀਕ ਹੈ ਨਾ, ਤੇ ਇਹ ਬੇਸਿਕ ਹੈ। ਪੈਸਾ ਕਮਾਣਾ, ਜ਼ਿਆਦਾਤਰ ਦੁਨੀਆ ਇਸ ਚੀਜ਼ ਦੇ ਪਿੱਛੇ ਭੱਜੀ ਫਿਰਦੀ ਕਿ ਮੈਂ ਪੈਸਾ ਕਮਾਣਾ ਚਾਹਦਾ, ਦਾਨ ਨਹੀਂ ਦੇਣਾ। ਲਾਅ ਆਫ ਅਟਰੈਕਸ਼ਨ ਦੇ ਵਿੱਚ ਗ੍ਰੈਟੀਟਿਊਡ ਵੀ ਆਉਂਦਾ, ਡ੍ਰੀਮਿੰਗ ਵੀ ਆਉਂਦੀ, ਮੈਨੀਫੈਸਟੇਸ਼ਨ ਵੀ ਆਉਂਦੀ, ਗ੍ਰੈਟੀਟਿਊਡ ਵੀ ਆਉਂਦਾ। ਕਿਆ ਕਰੋਗੇ? ਸਿੰਪਲ ਜਿਹਾ ਦੱਸ ਦਿੱਤਾ, ਪੈਸਾ ਕਮਾਣਾ, ਦਾਨ ਦਿਓ। ਹੰਕਾਰ ਤੋਂ ਬਚ ਕੇ ਦਾਨ ਦੇਣਾ। ਮੈਂ ਕਿਸੇ ਨੂੰ ਦਾਨ ਦੇ ਰਿਹਾ, ਮੈਂ ਜਿੰਨਾ ਜ਼ਿਆਦਾ ਦਾਨ ਕਰਦਾ ਜਾਊਂਗਾ ਮੇਰੇ ਕੋਲ ਉਹ ਚੀਜ਼ ਆਉਂਦੀ ਜਾਣੀ। ਮੈਂ ਕਿਸੇ ਨੂੰ, ਮੈਨੂੰ ਸਕੂਨ ਚਾਹੀਦਾ, ਮੈਂ ਕਿਸੇ ਨੂੰ ਸਕੂਨ ਦਊਂਗਾ ਬੋਲਣ ਨਾਲ, ਆਪਣੇ ਬੋਲਣ ਦੇ ਤਰੀਕੇ ਨਾਲ, ਆਪਣੇ ਸਮਝਾਉਣ ਦੇ ਤਰੀਕੇ ਨਾਲ, ਆਪਣੇ ਗੁੱਸੇ ਨੂੰ ਘੱਟ ਕਰਕੇ, ਆਪਣੇ ਕਾਮ ਨੂੰ ਘੱਟ ਕਰਕੇ ਕਿਸੇ ਨੂੰ ਸਕੂਨ ਦੇ ਸਕਦਾ। ਜੀਣ ਤੋਂ ਪਹਿਲਾਂ ਮਰਨਾ ਸਿੱਖੋ। ਅਸੈਪਟ ਕਰ ਲਓ ਕਿ ਮੈਂ ਇੱਥੇ ਪਰਮਾਨੈਂਟ ਨਹੀਂ, ਮੈਂ ਸਿਰਫ ਜੀਣ ਆਇਆ, ਮੈਂ ਜੀਣਾ ਚਾਹੁੰਦਾ। ਜੀਣ ਦੇ ਲਈ ਮਰਨਾ ਸਿੱਖੋ। ਮਰਨੇ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਰੋਜ਼ ਮਰਾਂ, ਮਰਨੇ ਦਾ ਮਤਲਬ ਕਿ ਮੌਤ ਨੂੰ ਯਾਦ ਰੱਖਣਾ ਕਿ ਹਰ ਟਾਈਮ ਖੜੀ ਹੈ, ਮੈਂ ਮਾੜੇ ਪਾਸੇ ਨਹੀਂ ਜਾਣਾ। ਫਿਰ ਤੁਸੀਂ ਆਹ ਚੀਜ਼ਾਂ ਕਰ ਸਕਦੇ ਹੋ। ਇਹੋ ਜਿਹਾ ਇਨਸਾਨ ਜਦੋਂ ਇਸ ਰਿਜ਼ਲਟ ਤੇ ਪਹੁੰਚ ਜਾਂਦਾ ਹੈ ਕਿ ਮੈਂ ਕੁਝ ਵੀ ਨਹੀਂ ਕਰਨਾ, ਮੈਂ ਸਿਰਫ ਜੀਣਾ ਹੈ, ਮੈਂ ਕਿਸੇ ਦਾ ਮਾੜਾ ਨਹੀਂ ਕਰਨਾ, ਕਿਸੇ ਦਾ ਨੁਕਸਾਨ ਨਹੀਂ ਕਰਨਾ, ਲੇਕਿਨ ਮੈਂ ਆਪਣਾ ਨੁਕਸਾਨ ਵੀ ਨਹੀਂ ਹੋਣਾ, ਉਹ ਚੀਜ਼ ਇਨਸਾਨ ਜੋ ਸੋਚੂਗਾ ਉਹਦੇ ਨਾਲ ਉਹੀ ਹੋਊਗਾ। ਫਿਰ ਪੈਸਾ ਵੀ ਆ ਜਾਊਗਾ, ਸਕੂਨ ਵੀ ਆ ਜਾਊਗਾ, ਜੀਣ ਦਾ ਢੰਗ ਵੀ ਆ ਜਾਊਗਾ। ਔਰ ਅਧਿਆਤਮ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਲਿਖਦੇ ਹਾਂ, ਅਧਿਆਤਮ ਦੇ ਵਿੱਚ ਜਿਹੜੀ ਸਭ ਤੋਂ ਚੀਜ਼ ਮੇਨ ਮੰਨੀ ਜਾਂਦੀ ਹੈ ਨਥਿੰਗਨੈਸ, ਕੁਝ ਵੀ ਨਹੀਂ। ਜਦੋਂ ਇਨਸਾਨ ਨਿਰਵਿਚਾਰ ਹੋ ਜਾਂਦਾ, ਉਸ ਟਾਈਮ ਤੇ ਜੋ ਵੀ ਇਨਸਾਨ ਸੋਚੂਗਾ, ਪੋਸੀਬਿਲਿਟੀ ਹੈ ਕਿ ਉਹ ਅਟਰੈਕਟ ਕਰ ਲੂਗਾ ਉਸ ਚੀਜ਼ ਨੂੰ, ਜੋ ਵੀ ਹਾਸਲ ਕਰਨਾ ਚਾਹੁੰਦਾ ਉਹ ਹਾਸਲ ਕਰ ਲੂਗਾ। ਇਸ ਕਰਕੇ ਜੋ ਵੀ ਮੈਂ ਸੋਚ ਰਿਹਾ, ਜੋ ਮੈਂ ਕਰ ਰਿਹਾ, ਜੋ ਮੈਂ ਬੋਲ ਰਿਹਾ, ਮੈਨੂੰ ਬਹੁਤ ਧਿਆਨ ਨਾਲ ਕਰਨਾ ਪੈਣਾ। ਬੇਸਿਕ ਦੇ ਉੱਪਰ ਚੱਲ ਜਾਂਦੇ ਆ, ਜੜ ਦੇ ਉੱਪਰ ਚੱਲ ਜਾਂਦੇ ਆ ਤਾਂ ਤਿੰਨ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਡਿਪੈਂਡ ਕਰਦੀਆਂ: ਬੋਲਣਾ, ਸੁਣਨਾ ਔਰ ਦੇਖਣਾ। ਜਿਸ ਇਨਸਾਨ ਦੀਆਂ ਤਿੰਨੇ ਚੀਜ਼ਾਂ ਸੁਧਰ ਗਈਆਂ, ਉਹ ਲਾਅ ਆਫ ਅਟਰੈਕਸ਼ਨ, ਲਾਅ ਆਫ ਕਰਮ ਪ੍ਰਤੀ ਐਕਟਿਵ ਹੋ ਜਾਂਦਾ, ਸੁਚੇਤ ਹੋ ਜਾਂਦਾ। ਜਿੰਨਾ ਕਰਮ ਤੁਸੀਂ ਸੁਚੇਤ ਹੋ ਕੇ ਕਰੋਗੇ, ਕਿਸੇ ਦਾ ਮਾੜਾ ਨਹੀਂ ਕਰੋਗੇ, ਕਿਸੇ ਨਾਲ ਧੱਕਾ ਨਹੀਂ ਕਰੋਗੇ, ਉਨਾ ਹੀ ਲਾਅ ਆਫ ਅਟਰੈਕਸ਼ਨ ਵਰਕ ਕਰਦਾ, ਉਨਾ ਜ਼ਿਆਦਾ ਲਾਅ ਆਫ ਅਟਰੈਕਸ਼ਨ ਵਰਕ ਕਰਦਾ। ਅਟਰੈਕਟ ਕਿੱਦਾਂ ਕਰਦਾ? ਮੈਂ ਕਿਸੇ ਨੂੰ ਕੁਝ ਦੇ ਰਿਹਾ, ਕਿਸ ਤੋਂ ਕੁਝ ਲੈ ਰਿਹਾ, ਆਪਣੇ ਬੋਲਾਂ ਨਾਲ ਵੀ, ਮੈਂ ਕਿਸ ਤੋਂ ਲੈ ਰਿਹਾ ਸੁਣਨ ਨਾਲ ਵੀ, ਕੁਝ ਲੈ ਰਿਹਾ ਦੇਖਣ ਨਾਲ। ਇਹਨਾਂ ਤਿੰਨਾਂ ਤੋਂ ਹੀ ਮੇਰੀ ਵਿਚਾਰ ਸ਼ਕਤੀ ਪੈਦਾ ਹੁੰਦੀ ਹੈ। ਮੇਰੀ ਵਿਚਾਰ ਸ਼ਕਤੀ ਤੋਂ ਮੇਰੇ ਪ੍ਰਲਬਧ ਬਣਦਾ ਹੈ। ਅਧਿਆਤਮ ਦੇ ਵਿੱਚ ਪ੍ਰਲਬਧ ਬੋਲਦੇ ਆ, ਕਿੱਥੋਂ ਸ਼ੁਰੂਆਤ ਹੋ ਰਹੀ ਹੈ, ਫਿਰ ਕਰਮ ਬਣਦਾ, ਫਿਰ ਕਰਮ ਦਾ ਬੀਜ ਬਣਦਾ, ਫਿਰ ਉਹਦਾ ਫਲ ਬਣਦਾ। ਕਰਮ ਤੁਹਾਡਾ ਫਲ ਬਣਨ ਤੋਂ ਬਾਅਦ ਤੁਹਾਡੇ ਸੁਭਾਅ ਦੇ ਵਿੱਚ ਆ ਜਾਂਦਾ ਹੈ। ਲਾਅ ਆਫ ਅਟਰੈਕਸ਼ਨ ਦੇ ਵਿੱਚ ਤੁਹਾਨੂੰ ਆਪਣੇ ਸੁਭਾਅ ਨੂੰ ਬਦਲਣਾ ਪੈਣਾ। ਅਗਰ ਤੁਸੀਂ ਇਹੋ ਜਿਹੀ ਆਇਡੈਂਟੀਟੀ ਜੀਣੀ ਆ, ਦੁੱਖਾਂ ਦੇ ਨਾਲ ਘਿਰੇ ਹੋਏ ਹੋ, ਮਾੜੇ ਟਾਈਮ ਦੇ ਵਿੱਚ, ਫਿਰ ਤੁਹਾਨੂੰ ਆਪਣੀ ਆਇਡੈਂਟੀਟੀ ਚੇਂਜ ਕਰਨੀ ਪੈਣੀ ਹੈ, ਆਪਣਾ ਸੁਭਾਅ ਬਦਲਣਾ ਪੈਣਾ, ਜਿਹੜਾ ਕਿ ਇੱਕ ਤਰ੍ਹਾਂ ਦਾ ਔਖਾ ਬਹੁਤ ਹੈ। ਤਾਂ ਆਪਣੇ ਆਪ ਨੂੰ ਸੁਧਾਰਨ ਦੇ ਲਈ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰਦੇ ਹੋ। ਕਦੇ ਜੋਸ਼ੀਆਂ ਹੋ ਜਾਂਦੇ, ਪੰਡਤਾਂ ਕੋ ਜਾਂਦੇ, ਜਿੱਥੇ ਮਰਜ਼ੀ ਜਾਓ, ਕੁਝ ਨਹੀਂ ਹੋਣਾ। ਜੋ ਕਰਮ ਮੈਂ ਕਰ ਚੁੱਕਾ ਉਹ ਮੈਨੂੰ ਭੋਗਣਾ ਹੀ ਪੈਣਾ। ਲਾਅ ਆਫ ਅਟਰੈਕਸ਼ਨ ਦੇ ਵਿੱਚ ਜੋ ਮੈਂ ਕਰ ਰਿਹਾ ਮੈਨੂੰ ਉਹ ਮਿਲਦਾ ਜਾਊਗਾ, ਪਰ ਉਹਦਾ ਰਿਜ਼ਲਟ ਵੀ ਮੈਨੂੰ ਨਾਲ ਹੀ ਮਿਲਣਾ।
ਲੋ ਆਫ ਕਰਮਾ ਵੀ ਆ ਗਿਆ, ਲੋ ਆਫ ਅਟਰੈਕਸ਼ਨ, ਦੋਨੇ ਦਾ ਕੰਬੀਨੇਸ਼ਨ ਹੀ ਸਾਰੀਆਂ ਚੀਜ਼ਾਂ ਦਾ ਹੈ। ਜਿਸ ਇਨਸਾਨ ਨੇ ਲੋ ਆਫ ਕਰਮਾ ਨੂੰ ਸਮਝ ਲਿਆ, ਉਹਦੇ ਲਈ ਲੋ ਆਫ ਅਟਰੈਕਸ਼ਨ ਕੋਈ ਬੜੀ ਗੱਲ ਨਹੀਂ। ਆਪਣੇ ਕਰਮ ਦੇ ਪ੍ਰਤੀ ਸੁਚੇਤ ਹੋ ਜਾਓ, ਕਿਆ ਕਰ ਰਹੇ ਆ, ਕਿਆ ਸੋਚ ਰਹੇ ਆ ਔਰ ਕਿਆ ਬੋਲ ਰਹੇ ਆ, ਇਹ ਦੇਖਣ ਵਾਲੀਆਂ ਗੱਲਾਂ ਹੈ। ਭਗਵਤ ਗੀਤਾ ਦੇ ਵਿੱਚ ਵੀ ਇਹੀ ਚੀਜ਼ ਆਉਂਦੀ ਹੈ, ਆਪਣੀ ਇੰਦਰੀਆਂ ਨੂੰ ਕੰਟਰੋਲ ਕਰੋ, ਆਪਣੇ ਵਿਚਾਰ ਸ਼ਕਤੀ ਨੂੰ ਕੰਟਰੋਲ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹੀ ਚੀਜ਼ ਆਉਂਦੀ ਹੈ, ਔਰ ਮੁਸਲਿਮ ਮਤ ਦੇ ਵਿੱਚ ਵੀ ਇਹੀ ਆਉਂਦੀ ਹੈ, ਈਸਾਈ ਦੇ ਵਿੱਚ ਵੀ ਆਉਂਦੀ ਹੈ। ਕਿ ਈਸਾਈ ਧਰਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਿੰਪਲ ਲਿਖਿਆ ਹੋਇਆ ਕਿ ਸਾਰਿਆਂ ਦਾ ਭਲਾ ਮੰਗੋ। ਜਦੋਂ ਅਸੀਂ ਸਾਰਿਆਂ ਦਾ ਭਲਾ ਮੰਗਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਮੇਰਾ ਭਲਾ ਹੋਣਾ ਸ਼ੁਰੂ ਹੋ ਜਾਂਦਾ। ਉਸ ਟਾਈਮ ਤੇ ਮੈਂ ਜੋ ਵੀ ਕਰੂੰਗਾ, ਜੋ ਸੋਚੂੰਗਾ, ਮੇਰੇ ਨਾਲ ਹੋਣਾ ਹੀ ਹੋਣਾ ਹੈ। ਇਹ ਚੀਜ਼ ਹੋ ਗਈ। ਲਾਅ ਆਫ ਕਰਮ ਸਾਨੂੰ ਸਨਾਤਨ ਮਤ ਦੇ ਵਿੱਚ ਇਹ ਸਿਖਾਉਂਦਾ ਆ, ਚਾਹੇ ਮਹਾਤਮਾ ਬੁੱਧ ਨੂੰ ਪੜ੍ਹ ਲਓ। ਲਾਅ ਆਫ ਕਰਮ ਸਾਨੂੰ ਸਭ ਤੋਂ ਮਹਾਨ ਮੰਨਿਆ ਜਾਂਦਾ। ਲਾਅ ਆਫ ਅਟਰੈਕਸ਼ਨ ਤੋਂ ਵੀ ਲਾਅ ਆਫ ਕਰਮ ਮਹਾਨ ਹੈ। ਜੋ ਇਨਸਾਨ ਸੋਚ ਰਿਹਾ ਇੱਥੋਂ, ਉਹੀ ਉਹਦੇ ਨਾਲ ਹੋਣਾ। ਫਿਰ ਮੈਂ ਕਿਉਂ ਨਾ ਸੋਚਣਾ ਸ਼ੁਰੂ ਕਰ ਦੇਵਾਂ ਸਾਰਿਆਂ ਲਈ ਚੰਗਾ, ਮੈਂ ਆਪਣਾ ਚੰਗਾ ਜਾਣਦਾ ਤਾਂ ਕਿਸ ਲਈ ਵੀ ਚੰਗਾ ਕਰੂੰਗਾ। ਲਾਅ ਆਫ ਅਟਰੈਕਸ਼ਨ ਦੇ ਵਿੱਚ ਵਾਈਬ੍ਰੇਸ਼ਨ ਦਾ ਬੜਾ ਜ਼ਿਕਰ ਹੈ। ਅੱਜ ਕੱਲ੍ਹ ਇਹ ਨਵਾਂ ਟ੍ਰੈਂਡ ਚੱਲਿਆ ਵਾਈਬ੍ਰੇਸ਼ਨਸ। ਇੱਥੇ ਵਹਿਮ ਕਰ ਦਿੰਦਾ, ਵਾਈਬ੍ਰੇਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਕੁਝ ਨਹੀਂ ਹੁੰਦਾ। ਵਾਈਬ੍ਰੇਸ਼ਨ ਛੱਡ ਦਿਓ। ਤੁਸੀਂ ਜੋ ਸੋਚਿਆ ਬ੍ਰਹਿਮੰਡ ਦੇ ਵਿੱਚ ਗਿਆ, ਇਹ ਵਾਈਬ੍ਰੇਸ਼ਨ ਨਹੀਂ ਹੁੰਦੀ। ਤੁਸੀਂ ਜੋ ਸੋਚਿਆ ਆਪਣੇ ਆਪ ਦੀ ਪਰਸਨਲ ਰਿਐਲਿਟੀ ਦੇ ਵਿੱਚ ਜੋ ਸੋਚਿਆ, ਜੋ ਤੁਸੀਂ ਕੌਨਸ਼ੀਅਸਨੈਸ ਦੇ ਵਿੱਚ ਸੋਚਿਆ, ਉਹੀ ਅਨਕੌਨਸ਼ੀਅਸ ਨੇ ਰਿਐਕਟ ਕਰਨਾ। ਇੰਗਲਿਸ਼ ਭਾਸ਼ਾ ਦੇ ਵਿੱਚ ਇਹ ਹੈ। ਵਾਈਬ੍ਰੇਸ਼ਨ ਨਾਲ ਵਾਲਾ ਕਨਸੈਪਟ ਕੱਢ ਦਿਓ ਕਿ ਮੈਂ ਵਾਈਬ੍ਰੇਟ ਕੀਤਾ, ਮੈਂ ਚੰਗਾ ਚੰਗਾ ਸੋਚ ਰਿਹਾ, ਮੈਂ ਮੈਨੀਫੈਸਟੇਸ਼ਨ ਵੀ ਕਰ ਰਿਹਾ, ਮੈਂ ਚੰਗਾ ਨਹੀਂ ਹੋਣਾ। ਇਹ ਸਾਰੀਆਂ ਬਕਵਾਸ ਹੈ। ਤੁਸੀਂ ਆਪਣਾ ਲਾਅ ਆਫ ਕਰਮ ਸੁਧਾਰ ਲਓ, ਲਾਅ ਆਫ ਅਟਰੈਕਸ਼ਨ ਆਪਣੇ ਆਪ ਪੋਸੀਬਿਲਿਟੀ ਆ ਚੁੱਕੀ। ਇਹਦੇ ਵਿੱਚ ਵਾਈਬ੍ਰੇਸ਼ਨ ਵਾਲਾ ਕਨਸੈਪਟ ਤੁਹਾਡੇ ਤਰੀਕੇ ਦੇ ਵਿੱਚ ਧੱਕੇ ਨਾਲ ਫਸਾਇਆ ਜਾ ਰਿਹਾ। ਵਾਈਬ੍ਰੇਟ ਕਰੋ, ਵਾਈਬ੍ਰੇਸ਼ਨ ਕਰੋ, ਇਹ ਕਰ ਲਓ, ਉਹ ਕਰ ਲਓ। ਵਹਿਮ ਹੈ ਇਹ ਸਾਰੇ। ਵਾਈਬ੍ਰੇਸ਼ਨ ਕਿਹਾ, ਜੋ ਮੈਂ ਸੋਚਿਆ ਬ੍ਰਹਿਮੰਡ ਦੇ ਵਿੱਚ ਗਿਆ, ਉਸੇ ਕੌਨਸ਼ੀਅਸ ਲੈਵਲ ਦਾ ਕੋਈ ਇਨਸਾਨ ਕਿਸੇ ਹੋਰ ਦੇ ਮਾਈਂਡ ਦੇ ਵਿੱਚ ਚਲਾ ਗਿਆ। ਇਸ ਤਰ੍ਹਾਂ ਦੀ ਪੋਸੀਬਿਲਿਟੀਆਂ ਉਹ ਦਿਖਦੀਆਂ ਔਰ ਸੁਣਨੇ 'ਚ ਆਪਣੇ ਆਪ ਦੇ ਵਿੱਚ ਆਉਂਦੀਆਂ। ਐਂਜਲ ਨੰਬਰ ਹੋ ਗਏ, ਤੁਹਾਨੂੰ ਦਿਖਣ ਲਈ ਤੁਸੀਂ ਸਪਿਰਿਚੁਅਲ ਹੋ, ਸਾਰੀਆਂ ਬਕਵਾਸ ਹੈ। ਕੋਈ ਸਪਿਰਿਚੁਅਲ ਨਹੀਂ, ਫਿਰ ਸਾਰੇ ਸਪਿਰਿਚੁਅਲ ਹੈ। ਇੰਡੀਆ ਦੇ ਵਿੱਚ ਤਾਂ ਵੈਸੇ ਹੀ ਸਾਰੇ ਸਪਿਰਿਚੁਅਲ ਹੈ, ਕਿਉਂਕਿ ਸਾਰੇ ਧਰਮ ਦੇ ਨਾਲ ਜੁੜੇ ਹੋਏ ਆ, ਕਰਮ ਦੇ ਨਾਲ ਜੁੜੇ ਹੋਏ ਆ। ਫਿਰ ਇੱਥੇ ਸਪਿਰਿਚੁਅਲ ਕਿਹਨੂੰ ਕਹੋਗੇ, ਕਿਹਨੂੰ ਨਹੀਂ ਕਹੋਗੇ। ਹਾਂ, ਜਿੰਨਾ ਧਰਮ ਇੱਥੇ ਗਹਿਰਾ ਆ ਉਹਦਾ ਧਿਆਨ, ਉਨਾ ਹੀ ਜ਼ਿਆਦਾ ਇੱਥੇ ਭ੍ਰਸ਼ਟਾਚਾਰ ਹੈ, ਦੁਖੀ ਇਨਸਾਨ ਹੈ। ਉਹਦਾ ਰੀਜ਼ਨ ਵੀ ਹੋਰ ਹੈ। ਥੋੜਾ ਸੋਚ ਸਮਝ ਕੇ ਇਹਨਾਂ ਚੀਜ਼ਾਂ ਚੱਲੋ। ਵਾਈਬ੍ਰੇਸ਼ਨ ਹੋ ਗਿਆ, ਕੁੰਡਲਿਨੀ ਜਾਗਰਿਤ ਹੋ ਜਾਣਾ, ਇਹ ਸਾਰੀਆਂ ਚੀਜ਼ਾਂ ਸੁਭਾਅ ਦੀਆਂ ਡਿਫਰੈਂਟ ਹੈ। ਇਹਦੇ ਪਰ ਅਲੱਗ ਤੋਂ ਵੀਡੀਓ ਬਣਾ ਦੂੰਗਾ। ਬੇਸਿਕ ਮੂਲ ਤੇ ਆਨੇ ਅਸੀਂ ਕਿ ਲਾਅ ਆਫ ਅਟਰੈਕਸ਼ਨ ਔਰ ਲਾਅ ਆਫ ਕਰਮਾ ਦਾ ਕੰਬੀਨੇਸ਼ਨ। ਲਾਅ ਆਫ ਕਰਮ ਸਭ ਤੋਂ ਮਹਾਨ ਹੈ। ਜਿਹੜਾ ਇਨਸਾਨ ਆਪਣੇ ਕਰਮ ਦੇ ਪ੍ਰਤੀ ਸੁਚੇਤ ਹੋ ਗਿਆ, ਮੈਂ ਕਿਸ ਦਾ ਮਾੜਾ ਨਹੀਂ ਚਾਹਣਾ, ਮੈਂ ਕਿਸ ਦਾ ਮਾੜਾ ਕਰਨਾ ਨਹੀਂ, ਮੈਂ ਕਿਸ ਦਾ ਮਾੜਾ ਸੋਚਣਾ ਨਹੀਂ, ਤਾਂ ਉਹ ਚੀਜ਼ਾਂ ਕਰ ਸਕਦਾ। ਇਹ ਚੀਜ਼ ਹੈ ਬੇਸਿਕ ਦੱਸਣਾ ਸੀਗਾ। ਫਿਰ ਲਾਅ ਆਫ ਅਟਰੈਕਸ਼ਨ ਦੇ ਵਿੱਚ ਜੋ ਮੈਂ ਸੋਚ ਰਿਹਾ, ਜੋ ਮੈਂ ਸੋਚ ਰਿਹਾ ਬ੍ਰਹਿਮੰਡ ਦੇ ਵਿੱਚ ਜਾ ਰਿਹਾ, ਜੋ ਮੇਰੇ ਮਾਈਂਡ ਦੇ ਵਿੱਚ ਆ ਰਿਹਾ ਬ੍ਰਹਿਮੰਡ ਦੇ ਵਿੱਚੋਂ ਆ ਰਿਹਾ। ਤਾਂ ਕਿਤੇ ਨਾ ਕਿਤੇ ਉਹੀ ਪਰਮਾਤਮਾ ਦਾ ਰੂਪ ਬਣ ਜਾਂਦਾ। ਉਹੀ ਪਰਮਾਤਮਾ ਤੁਹਾਨੂੰ ਗਾਈਡ ਕਰਦਾ, ਜਿਹਨੂੰ ਅਸੀਂ ਇਨਰ ਗਾਈਡੈਂਸ ਕਰ ਦਿੰਦੇ ਹਾਂ। ਉਹੀ ਚੀਜ਼ ਇੱਥੇ ਆਉਂਦੀ ਹੈ। ਆਪਣੇ ਆਪ ਨੂੰ ਸੋਚਣਾ, ਸਮਝਣਾ, ਵਿਚਾਰ ਕਰਨਾ, ਇਹ ਸਾਰਾ ਕੁਝ ਹੈ। ਇੰਡੀਆ ਦੇ ਵਿੱਚ ਉਪਨਿਸ਼ਦ ਆ ਗਏ, ਵੇਦ ਆ ਗਏ, ਭਗਵਤ ਗੀਤਾ ਆ ਗਈ, ਰਮਾਇਣ ਆ ਗਈ, ਕੁਰਾਨ ਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਆ ਗਏ, ਭਾਈ ਗੁਰਦਾਸ ਦੀਆਂ ਬਾਰਾਂ ਆ ਗਈਆਂ, ਮਹਾਤਮਾ ਬੁੱਧ ਦਾ ਗ੍ਰੰਥ ਆ ਗਿਆ, ਉਸ ਤੋਂ ਬਾਅਦ ਗੋਰਖਨਾਥ ਦੇ ਗ੍ਰੰਥ, ਬਹੁਤ ਸਾਰੀਆਂ ਚੀਜ਼ਾਂ ਪੜ੍ਹੋ, ਸਿੱਖੋ, ਸਮਝੋ। ਤਾਂ ਲਾਅ ਆਫ ਅਟਰੈਕਸ਼ਨ ਦੇ ਵਿੱਚ ਮੈਂ ਆਪਣੇ ਆਪ ਦੇ ਵਿਚਾਰਾਂ ਦੀ ਸ਼ਾਂਤੀ ਕਿੱਦਾਂ ਕਰ ਸਕਦਾ। ਜਿੰਨਾ ਮੈਂ ਅੰਦਰੋਂ ਇਨਰ ਪੀਸ ਦੇ ਵਿੱਚ ਜਾਊਂਗਾ, ਜਿੰਨੇ ਮੇਰੇ ਵਿਚਾਰ ਘੱਟ ਹੋਊਗੇ, ਮੇਰਾ ਫੋਕਸ ਉਨਾ ਛੋਟਾ, ਫੋਕਸ ਸੋਚਣ ਦਾ ਦਾਇਰਾ ਛੋਟਾ ਹੋ ਜਾਣਾ, ਵਿਜ਼ਨ ਬੜਾ ਹੋ ਜਾਣਾ। ਜ਼ਿਆਦਾਤਰ ਲੋਕਾਂ ਦੇ ਵਿੱਚ ਪ੍ਰੋਬਲਮ ਇਹ ਹੈ, ਵਿਜ਼ਨ ਛੋਟਾ ਹੁੰਦਾ, ਕੰਮ ਕਰਨ ਦੇ ਤਰੀਕੇ ਬਹੁਤ ਸਾਰੇ ਹੁੰਦੇ, ਇਸ ਕਰਕੇ ਫੋਕਸ ਨਹੀਂ ਹੁੰਦੇ। ਜਦੋਂ ਤੁਸੀਂ ਇੱਕ ਚੀਜ਼ ਦੇ ਉੱਪਰ ਫੋਕਸ ਹੋਗੇ, ਇੱਕ ਏਮ ਲੈ ਲਿਆ ਕਿ ਨਹੀਂ ਆ ਇਦਾਂ ਨਹੀਂ, ਇਦਾਂ ਕਰਕੇ ਲੈ, ਤੁਸੀਂ ਆਪਣੇ ਆਪ ਨੂੰ ਸੁਧਾਰਨ ਤੇ ਆ ਗਏ ਤਾਂ ਤੁਸੀਂ ਕੁਝ ਵੀ ਪੋਸੀਬਿਲਿਟੀ ਹੋਊਗੀ। ਜਦੋਂ ਇਨਸਾਨ ਨਥਿੰਗਨੈਸ ਦੇ ਵਿੱਚ ਚਲ ਜਾਂਦਾ, ਨਥਿੰਗਨੈਸ ਬਾਰ-ਬਾਰ ਯੂਜ਼ ਕਰ ਰਿਹਾ, ਨਥਿੰਗਨੈਸ, ਮੈਨੂੰ ਕੁਝ ਨਹੀਂ ਚਾਹੀਦਾ, ਸ਼ੁਕਰ ਕਰਨਾ ਸ਼ੁਰੂ ਕਰ ਦਿੰਦਾ ਇਹ ਜਿਹਾ ਇਨਸਾਨ। ਵਾਹਿਗੁਰੂ ਦੇ ਅੱਗੇ ਸ਼ੁਕਰ ਕਰਦਾ ਕਿ ਵਾਹਿਗੁਰੂ ਜੋ ਤੈਂ ਮੈਨੂੰ ਦਿੱਤਾ, ਤੇਰਾ ਸ਼ੁਕਰ ਹੈ, ਮੇਰੀ ਜ਼ਿੰਦਗੀ ਜੋ ਵੀ ਹੋ ਰਿਹਾ ਤੇਰੇ ਕਰਮਾਂ ਨਾਲ ਹੋ ਰਿਹਾ। ਇਹ ਨਥਿੰਗਨੈਸ ਹੀ ਸਭ ਕੁਝ ਹੈ। ਸਮਾਧੀ ਵੀ ਇਹੀ ਹੈ, ਧਿਆਨ ਵੀ ਇਹੀ ਹੈ, ਗਿਆਨ ਵੀ ਇਹੀ ਹੈ। ਨਥਿੰਗਨੈਸ ਦੇ ਵਿੱਚ ਜਾਣ ਨੂੰ ਹੀ ਘਲਣੀ ਪੈਂਦੀ ਹੈ। ਕਈ ਜਨਮ ਲੱਗਦੇ ਆ, ਕਈ ਤਰੀਕੇ ਲੱਗਦੇ ਆ। ਜਦੋਂ ਇਨਸਾਨ ਨਥਿੰਗਨੈਸ ਦੇ ਵਿੱਚ ਜਾ ਕੇ ਕੁਝ ਵੀ ਸੋਚਦਾ, ਉਹਦੀ ਜ਼ਿੰਦਗੀ 'ਚ ਹੋ ਜਾਂਦਾ। ਇਹੋ ਜਿਹਾ ਇਨਸਾਨ ਆਪਣੇ ਬਾਰੇ ਕੁਝ ਨਹੀਂ ਸੋਚਦਾ ਹੁੰਦਾ, ਦੂਜਿਆਂ ਬਾਰੇ ਸੋਚਦਾ ਹੁੰਦਾ, ਜਿਨ੍ਹਾਂ ਵਿੱਚ ਅਵਤਾਰੀ ਪੁਰਸ਼ ਆ ਜਾਂਦੇ ਆ, ਮਹਾਤਮਾ ਸਾਧੂ ਸੰਤ ਆ ਜਾਂਦੇ ਆ, ਬਹੁਤ ਸਾਰੀਆਂ ਚੀਜ਼ਾਂ ਜਾਂਦੀਆਂ। ਤਾਂ ਨਥਿੰਗਨੈਸ ਦੇ ਵਿੱਚ ਹੀ ਜੋ ਤੁਸੀਂ ਕਰੋਗੇ ਆਉਂਗੇ। ਜਦੋਂ ਤੁਹਾਡੇ ਅੰਦਰ ਇਨਰ ਪੀਸ ਆ ਗਈ, ਤੁਹਾਡੇ ਅੰਦਰ ਸਕੂਨ ਆ ਗਿਆ, ਤੁਸੀਂ ਮੰਗਣਾ ਬੰਦ ਕਰ ਦੇਣਾ ਪਰਮਾਤਮਾ ਤੋਂ। ਫਿਰ ਤੁਹਾਡੇ ਕੋਲ ਪੈਸਾ ਵੀ ਆ ਜਾਣਾ, ਫਿਰ ਤੁਹਾਡੇ ਕੋਲ ਸਕੂਨ ਦਾ ਵੀ ਆ ਜਾਣਾ, ਫਿਰ ਜੀਣ ਦਾ ਢੰਗ ਵੀ ਆ ਜਾਣਾ।
ਇਹੀ ਜੀ ਸਾਰੇ ਗ੍ਰੰਥਾਂ ਦਾ ਨਿਚੋੜ ਇਹੀ ਹੈ, ਜੀਣ ਦਾ ਢੰਗ ਕਿਹਾ ਹੈ ਤੁਹਾਡਾ। ਜੀਣ ਦਾ ਢੰਗ ਹੈਗਾ ਸਕੂਨ ਦੇ ਨਾਲ, ਕਰੈਕਟਰ ਦੇ ਨਾਲ ਜੀਣਾ। ਇੱਕ ਅਗਰ ਗ੍ਰਸਤ ਦੇ ਵਿੱਚ ਹੋ ਤਾਂ ਇੱਕ ਪਾਰਟਨਰ ਦੇ ਨੇੜੇ ਹੋ ਕੇ ਜੀਣਾ, ਪਰਿਵਾਰ ਦੇ ਵਿੱਚ ਹੈ ਤਾਂ ਪਰਿਵਾਰ ਦੇ ਨਾਲ ਜੀਣਾ, ਇੱਕ ਰਿਲੇਸ਼ਨਸ਼ਿਪ ਦੇ ਵਿੱਚ ਹੋ ਤਾਂ ਰਿਲੇਸ਼ਨਸ਼ਿਪ ਦੇ ਵਿੱਚ ਜੀਣਾ, ਇੱਕ ਦੇ ਹੋ ਕੇ ਜੀਣਾ। ਬਹੁਤ ਸਾਰੀਆਂ ਚੀਜ਼ਾਂ ਇੰਟਰੈਕਟ ਕਰਦਾ ਇਨਸਾਨ, ਹਰ ਟਾਈਮ ਕਰਦਾ, ਹਰ ਸੈਕਿੰਡ ਕਰਦਾ। ਤਾਂ ਥੋੜਾ ਸਮਝੋ, ਰੁਕੋ, ਆਪਣੇ ਵਿਚਾਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਜਿੰਨਾ ਆਪਣੇ ਆਪ ਨੂੰ ਸੁਧਾਰਦੇ ਜਾਓਗੇ, ਆਪਣੇ ਆਪ ਨੂੰ ਕੰਟਰੋਲ ਕਰਦੇ ਜਾਓਗੇ, ਉਨਾ ਲਾਅ ਆਫ ਅਟਰੈਕਸ਼ਨ ਨੂੰ ਫੋਲੋ ਕਰਦੇ ਜਾਓਗੇ, ਉਨਾ ਹੀ ਲਾਅ ਆਫ ਕਰਮ ਨੂੰ ਫੋਲੋ ਕਰਦੇ ਜਾਓਗੇ। ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਦੱਸੂਗਾ, ਡ੍ਰੀਮਿੰਗ, ਮੈਨੀਫੈਸਟੇਸ਼ਨ, ਲਾਅ ਆਫ ਕਰਮਾ, ਇਹ ਸਾਰੀਆਂ ਚੀਜ਼ਾਂ ਤੁਹਾਡੀ ਕਲੈਰੀਫਾਈ ਕਰੂੰਗਾ। ਪਰ ਬੇਸਿਕ ਇਹ ਹੈ, ਲਾਅ ਆਫ ਅਟਰੈਕਟ ਨੂੰ ਫੋਲੋ ਕਰਨ ਲਈ ਤੁਹਾਨੂੰ ਅੰਦਰੋਂ ਸ਼ਾਂਤ ਹੋਣਾ। ਹਰ ਸੈਕਿੰਡ ਇਨਸਾਨ ਕੁਛ ਨਾ ਕੁਛ ਆਬਜ਼ਰਵ ਕਰਦਾ, ਕੁਛ ਸਿੱਖਦਾ ਹੈ, ਚੰਗਾ ਚਾਹੇ ਮਾੜਾ, ਉਹ ਚੀਜ਼ ਮੈਟਰ ਨਹੀਂ ਕਰਦੀ ਹੈਗੀ। ਉਹ ਸਾਈਕੋਲੋਜੀ ਇੰਪੈਕਟ ਹੈ, ਉਹ ਡਿਫਰੈਂਟ ਵੀਡੀਓ ਬਣਾਉਂਗਾ। ਹਰ ਟਾਈਮ ਤੁਸੀਂ ਕੁਛ ਨਾ ਕੁਛ ਅਟਰੈਕਟ ਕਰ ਰਹੇ ਹੋ, ਚੰਗੇ ਜਾਂ ਮਾੜੇ ਪਾਸਿਓਂ ਕਰ ਰਹੇ ਹੋ। ਬਸ ਇਹ ਹੈ ਕਿ ਚੰਗੇ ਪਾਸੇ ਨੂੰ ਥੋੜਾ ਜ਼ੋਰ ਲਾਉਣਾ ਪੈਂਦਾ, ਮਾੜੀਆਂ ਚੀਜ਼ਾਂ ਆਪਣੇ ਆਪ ਅਟਰੈਕਟ ਹੋ ਜਾਂਦੀਆਂ। ਤਾਂ ਥੋੜਾ ਰੁਕੋ, ਸੋਚੋ, ਆਪਣੇ ਵਿਚਾਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਕਾਮ, ਕ੍ਰੋਧ, ਲੋਭ, ਮੋਹ ਤੇ ਮਾਇਆ, ਐਕਚੁਅਲੀ ਇਹਨਾਂ ਪਰ ਵੀਡੀਓ ਮੈਂ ਪਹਿਲਾਂ ਵੀ ਪਾ ਚੁੱਕਾ, ਤੁਸੀਂ ਦੇਖ ਸਕਦੇ ਹੋ। ਕਾਮ ਦੀ ਬੇਸਿਕ ਕਨਸੈਪਟਸ ਕਿਆ ਹੈ ਉਹ ਤੁਸੀਂ ਦੇਖ ਸਕਦੇ ਹੋ, ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦੂੰਗਾ, ਉਹਦਾ ਧਿਆਨ ਰੱਖਿਓ। ਤਾਂ ਇਹਨਾਂ ਚੀਜ਼ਾਂ ਦੇ ਉੱਪਰ ਫੋਕਸ ਕਰੋ, ਸ਼ਾਂਤ ਕਰੋ ਆਪਣੇ ਵਿਚਾਰਾਂ ਨੂੰ। ਜਿੰਨੇ ਜ਼ਿਆਦਾ ਸ਼ਾਂਤ ਹੁੰਦੇ ਜਾਓਗੇ, ਤੁਹਾਡੇ ਕੋਲ ਗਿਆਨ ਆਉਂਦਾ ਜਾਣਾ, ਉਨਾ ਹੀ ਗਿਆਨ ਆਉਂਦਾ ਜਾਣਾ, ਜੀਵਨ ਜੀਣ ਦੀ ਜਾਂਚ ਆਉਂਦੀ ਜਾਣੀ। ਫਿਰ ਤੁਸੀਂ ਕੁਝ ਵੀ ਹਾਸਿਲ ਕਰ ਸਕਦੇ ਹੋ। ਤੁਸੀਂ ਪੈਸਾ ਕਮਾਉਣਾ ਚਾਹੁੰਦੇ, ਪੈਸਾ ਵੀ ਆਪਣੇ ਆਪ ਆ ਜਾਊ, ਸਕੂਨ ਵੀ ਆ ਜਾਊ, ਜੀਣ ਦਾ ਤਰੀਕਾ ਵੀ ਆ ਜਾਊ। ਕਦੇ ਵੀ ਕੁਛ ਰਹਿੰਦਾ ਹੈ, ਤੁਸੀਂ ਇੰਸਟਾਗ੍ਰਾਮ ਤੇ ਡੀਐਮ ਕਰ ਸਕਦੇ ਹੋ। ਕੁਛ ਪੁੱਛਣਾ ਹੈ ਕਦੇ ਵੀ ਹੈ, ਨੰਬਰ ਮੈਂਸ਼ਨ ਕਰ ਦੂੰਗਾ, ਕੋਈ ਚਾਰजेस ਨਹੀਂ, ਪੁੱਛ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।